ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਦੀ ਧਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨ ਭਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨ ਭਰਿਆ ਰੇ। ਸਤਨਾਮ ਸ੍ਰੀ ਵਾਹਿਗੁਰੂ ਵਡਹੰਸ ਮਹੱਲਾ ਤੀਜਾ। ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਓ, ਆਪਣੇ ਘਰ ਤੂੰ ਸੁਖ ਵਸਹਿ ਪੋਹੇ ਨਾ ਸਕੈ ਜਮਕਾਲ ਜੀਓ। ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਓ, ਆਪਣੇ ਘਰ ਤੂੰ ਸੁਖ ਵਸਹਿ ਪੋਹੇ ਨਾ ਸਕੈ ਜਮਕਾਲ ਜੀਓ। ਕਾਲ ਜਾਲ ਜਮ ਜੋਹੇ ਨ ਸਾਕੈ ਸਾਚੈ ਸ਼ਬਦ ਲਿਵ ਲਾਏ। ਸਦਾ ਸੱਚ ਰਤਾ ਮਨ ਨਿਰਮਲ ਆਵਣ ਜਾਣ ਰਹਾਏ। ਦੂਜੈ ਪਾਏ ਭਰਮ ਵਿਗੁਤੀ ਮਨ ਮੁਖ ਮੋਹੀ ਜਮ ਕਾਲ। ਕਹਿ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸੰਭਾਲ। ਦੂਜੈ ਪਾਏ ਭਰਮ ਵਿਗੁਤੀ ਮਨ ਮੁਖ ਮੋਹੀ ਜਮ ਕਾਲ। ਕਹਿ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸੰਭਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨ ਕਮਲਾਂ ਵਿਖੇ ਸੁਭਾਏਮਾਨ ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ। ਜਿਨ ਕੇ ਭਾਗ ਵੱਡੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੁਰੇ। ਮਹਾਵਾਕ ਅਨੁਸਾਰ ਆਪ ਜੀ ਅਤਿਅੰਤ ਵਡਭਾਗੇ ਹੋ ਜੋ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰ ਰਹੇ ਹੋ। ਵੱਡੇ ਭਾਗਾਂ ਵਾਲਿਆਂ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਤਸੰਗਤ ਦੀਆਂ ਇਹ ਘੜੀਆਂ ਬਖਸ਼ਦੇ ਹਨ। ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੀ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਆਓ ਹੁਣ ਆਪਣੀਆਂ ਮਨ ਬਿਰਤੀਆਂ ਤੀਸਰੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਨਾਲ ਜੋੜੀਏ। ਕਥਾ ਦਾ ਆਨੰਦ ਮਾਣੀਏ, ਪਿਆਰ ਸਹਿਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਜੀ ਵਡਹੰਸ ਰਾਗ ਵਿੱਚ ਇਹ ਸ਼ਬਦ ਉਚਾਰਨ ਕਰਕੇ ਜੀਵ ਦੇ ਮਨ ਨੂੰ ਸਮਝਾ ਰਹੇ ਹਨ, ਕਿਉਂਕਿ ਸਾਰਾ ਕੁਝ ਮਨ ਦੇ ਉੱਤੇ ਹੀ ਖੜਾ ਹੈ। ਮਨ ਹੀ ਸਾਨੂੰ ਸੰਸਾਰ ਵਿੱਚ ਭਟਕਾ ਰਿਹਾ ਹੈ ਅਤੇ ਇਹੀ ਮਨ ਜੇ ਕਿਤੇ ਪਰਮਾਤਮਾ ਵਾਲੇ ਪਾਸੇ ਤੁਰ ਪਵੇ। ਮਹਾਰਾਜ ਦਾ ਬਚਨ ਹੈ, ਇਹ ਮਨ ਸ਼ਕਤੀ ਉਹ ਮਨ ਸੀਓ। ਇਹ ਮਨ ਹੀ ਸ਼ਿਵ ਹੈ ਅਤੇ ਇਹ ਮਨ ਹੀ ਸ਼ਕਤੀ ਮਾਇਆ ਹੈ। ਚੇਤਨ ਸੱਤਾ ਵੀ ਆਪ ਹੈ ਅਤੇ ਜੜ ਮਾਇਆ ਵੀ ਆਪ ਹੈ। ਇਹ ਮਨ ਸ਼ਕਤੀ ਇਹੋ ਮਨ ਸੀਓ, ਇਹੋ ਮਨ ਪੰਚ ਤੱਤ ਕੋ ਜੀਓ। ਇਹ ਮਨ ਪੰਜਾਂ ਤੱਤਾਂ ਦੇ ਸਤੋ ਅੰਸ਼ ਤੋਂ ਪੈਦਾ ਹੋਇਆ ਹੈ। ਇਹ ਮਨ ਲੈ ਜੋ ਉਨਮਨ ਰਹਿ। ਜਦੋਂ ਇਹ ਮਨ ਉਨਮਨੀ ਅਵਸਥਾ ਵਿੱਚ ਚਲਾ ਜਾਵੇ ਤਾਂ ਤੀਨ ਲੋਕ ਕੀ ਬਾਤੈਂ ਕਹੈ। ਤਾਂ ਇਹਨੂੰ ਤਿੰਨਾਂ ਲੋਕਾਂ ਦਾ ਜਾਗਰਤ ਸੁਪਨ ਸੁਖੋਪਤੀ ਦਾ ਸਾਕਸ਼ਾਤ ਪ੍ਰਤੱਖ ਸਾਕਸ਼ੀ ਰੂਪ ਵਿੱਚ ਗਿਆਨ ਹੁੰਦਾ ਹੈ। ਫਿਰ ਇਹ ਤਿੰਨਾਂ ਲੋਕਾਂ ਦੀਆਂ ਗੱਲਾਂ ਤ੍ਰਿਲੋਕੀ ਦਾ ਗਿਆਨ ਪ੍ਰਗਟ ਕਰਕੇ ਦੱਸਦਾ ਹੈ।
ये मान ले जो उन्मन रहे, तो 3 लोक की बातें कहे। सो गुरु साहब जी ने ज़्यादातर गुरबाणी ਮਨੁੱਖ ਦੇ ਮਨ ਨੂੰ ਉਪਦੇਸ਼ ਰੂਪ ਉਚਾਰਨ ਕੀਤੀ ਹੈ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀ ਤੇਰਾ ਨਾਲੇ। ਰੇ ਮਨ ਰਾਮ ਸਿਉ ਕਰ ਪ੍ਰੀਤ, ਸਰਵਨ ਗੋਬਿੰਦ ਗੁਣ ਸੁਨੋ ਔਰ ਗਾਓ ਰਸਨਾ ਗੀਤ। ਇਸੇ ਪ੍ਰਕਾਰ ਹੋਰ ਬਹੁਤ ਸਾਰੀ ਬਾਣੀ ਹੈ ਸਤਿਗੁਰਾਂ ਦੀ, ਜਿਹੜੀ ਜੀਵ ਨੂੰ ਉਪਦੇਸ਼ ਦਿੰਦੀ ਹੈ। ਸੋ ਆਓ ਮਨ ਨੂੰ ਉਪਦੇਸ਼ ਦੇਣ ਵਾਲੇ ਪਾਤਸ਼ਾਹ ਦੇ ਬਚਨ ਸੁਣੀਏ। ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਓ। ਹੇ ਮੇਰੇ ਮਨ, ਤੂੰ ਸਦਾ ਉਸ ਪਰਮ ਸੱਚ ਨੂੰ, ਜੋ ਤੇਰੇ ਅੰਦਰ ਹੀ ਹੈ, ਅੰਦਰ ਵੀ ਹੈ ਬਾਹਰ ਵੀ ਹੈ, ਜੋ ਕਈ ਪ੍ਰਕਾਰ ਦੀਆਂ ਭ੍ਰਾਂਤੀਆਂ ਪਈਆਂ ਹਨ, ਉਹਦੇ ਕਰਕੇ ਸਾਧ ਸੰਗਤ ਜੀ ਪਰਮਾਤਮਾ ਦੇ ਵਾਹਿਗੁਰੂ ਦੇ ਸਰੂਪ ਦਾ ਬੋਧ ਨਹੀਂ ਹੁੰਦਾ। ਇੱਦਾਂ ਲੱਗਦਾ ਮੇਰੇ ਵਿੱਚ ਆਤਮਾ ਹੋਰ ਹੈ, ਦੂਸਰੇ 'ਚ ਹੋਰ ਹੈ, ਕੀੜੀ 'ਚ ਹੋਰ ਹੈ, ਹਾਥੀ 'ਚ ਹੋਰ ਹੈ। ਉਹ ਜਿਹੜੀ ਭਿੰਨਤਾ ਜਾਪਦੀ ਹੈ, ਉਹ ਭ੍ਰਾਂਤੀਆਂ ਕਰਕੇ ਹੀ ਜਾਪਦੀ ਹੈ, ਭਰਮ ਕਰਕੇ ਹੀ ਜਾਪਦੀ ਹੈ। ਜਦੋਂ ਭਰਮ ਦੀ ਨਿਰਵਿਰਤੀ ਹੋ ਜਾਵੇ, ਫਿਰ ਸਮਸਤ ਜਿਮੀ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ। ਫਿਰ ਇੱਕ ਜੋਤ ਦੇ ਦਰਸ਼ਨ ਹੁੰਦੇ ਹਨ। ਉਸ ਪਰਮ ਸੱਚ ਨੂੰ ਸੰਭਾਲਣ ਵਾਸਤੇ ਧਿਆਨ, ਸਿਮਰਨ, ਜਪ, ਤਪ, ਇਹ ਗੁਰੂਆਂ, ਮਹਾਂਪੁਰਸ਼ਾਂ, ਸੰਤਾਂ, ਭਗਤਾਂ ਨੇ ਦੁਨੀਆ ਨੂੰ ਦੱਸਿਆ ਹੈ। ਇਹ ਬੜੀ ਲੰਮੀ ਯਾਤਰਾ ਹੈ, ਕਿਉਂਕਿ ਦਿਸਦੇ ਸੰਸਾਰ ਵਿੱਚੋਂ, ਮਾਇਕ ਪਦਾਰਥਾਂ ਵਿੱਚੋਂ ਆਪਣੀ ਸੁਰਤ ਨੂੰ ਹਟਾਉਣਾ ਅਤੇ ਨਿਰਾਕਾਰ ਜੋ ਆਕਾਰ ਤੋਂ ਰਹਿਤ ਸਰੂਪ ਹੈ, ਉਹਦੇ ਵਿੱਚ ਲਾਉਣਾ ਸੌਖਾ ਕੰਮ ਨਹੀਂ ਹੈ। ਜਿੰਨੀ ਵੀ ਧਰਮ ਦੀ ਸਾਧਨਾ ਹੈ, ਭਾਵੇਂ ਉਹ ਕੋਈ ਨਮਾਜ਼ ਪੜ੍ਹ ਕੇ ਕਰਦਾ ਹੈ, ਭਾਵੇਂ ਕੋਈ ਮੰਦਰ 'ਚ ਪੂਜਾ ਆਰਤੀ ਕਰਕੇ ਕਰਦਾ ਹੈ, ਭਾਵੇਂ ਉਹ ਗੁਰਦੁਆਰੇ 'ਚ ਬਹਿ ਕੇ ਕੀਰਤਨ ਜਾਂ ਕਥਾ ਰਾਹੀਂ ਕਰਦਾ ਹੈ, ਸਾਰਾ ਜਿੰਨਾ ਵੀ ਸਾਧਨ ਪੂਜਾ ਪਾਠ ਦਾ, ਜਪ ਤਪ ਦਾ, ਉਹ ਸਾਰਾ ਉਸ ਪਰਮਾਤਮਾ ਨੂੰ ਮਿਲਣ ਵਾਸਤੇ ਹੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰੇ, ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਓ। ਹੇ ਮੇਰੇ ਮਨ, ਤੂੰ ਉਸ ਪਰਮ ਸੱਚ ਨੂੰ, ਉਸ ਅਕਾਲ ਪੁਰਖ ਨੂੰ, ਜਿਹੜਾ ਸਦਾ ਹੀ ਸੱਚ ਹੈ, ਆਦਿ ਸੱਚ, ਜੁਗਾਦ ਸੱਚ ਹੈ, ਭੀ ਸੱਚ, ਨਾਨਕ ਹੋਸੀ ਭੀ ਸੱਚ, ਉਸ ਸੱਚ ਨੂੰ ਚੇਤੇ ਕਰ। ਸੰਭਾਲ ਦਾ ਮਤਲਬ ਹੁੰਦਾ ਯਾਦ ਕਰਨਾ, ਚੇਤੇ ਕਰਨਾ। ਜਿਵੇਂ ਕੋਈ ਚੀਜ਼ ਘਰ 'ਚ ਪਈ ਤਾਂ ਹੋਵੇ, ਪਰ ਸਾਨੂੰ ਉਹਦਾ ਚੇਤਾ ਨਾ ਹੋਵੇ ਵੀ ਕਿੱਥੇ ਪਈ ਹੈ ਔਰ ਕਿਹੜੇ ਕੰਮ ਆਉਂਦੀ ਹੈ। ਕੋਈ ਬਾਹਰੋਂ ਬੰਦਾ ਸਿਆਣਾ ਆ ਕੇ ਦੱਸ ਦੇਵੇ ਵੀ ਆਹ ਚੀਜ਼ ਦੇਖ ਕਿੰਨੀ ਚੀਜ਼ ਮਹਿੰਗੀ ਹੈ, ਉਹ ਕਿੰਨੀ ਕੰਮ ਦੀ ਹੈ, ਅਤੇ ਅਸੀਂ ਉਹਨੂੰ ਸੰਭਾਲ ਕੇ ਰੱਖ ਲੈਂਦੇ ਹਾਂ। ਇਸੇ ਤਰ੍ਹਾਂ ਅਕਾਲ ਪੁਰਖ ਦੀ ਜੋਤ ਤਾਂ ਸਾਡੇ ਅੰਦਰ ਹੈ, ਪਰ ਇਹਦੀ ਕੀ ਵੈਲਿਊ ਹੈ, ਇਹਦੀ ਕੀ ਕੀਮਤ ਹੈ, ਔਰ ਇਹ ਜੋਤ ਕਿੱਥੇ ਬਿਰਾਜਮਾਨ ਹੈ, ਔਰ ਜੋਤ ਲੁਕੀ ਕਿਉਂ ਹੈ, ਇਹ ਪੂਰਾ ਗੁਰੂ ਹੀ ਦੱਸ ਸਕਦਾ ਹੈ। ਸੋ ਮਹਾਰਾਜ ਕਹਿੰਦੇ, ਆਪਣੇ ਘਰ ਤੂੰ ਸੁਖ ਵਸੈ, ਪੋਹੇ ਨਾ ਸਕੈ ਜਮ ਕਾਲ ਜੀਓ। ਇਹ ਮਨ ਮੇਰਿਆ, ਜੇ ਤੂੰ ਉਸ ਪਰਮ ਸੱਚ ਨੂੰ, ਉਸ ਪਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਹੀ ਲੱਭੇਗਾ, ਆਪਣੇ ਆਤਮਾ ਦੇ ਵਿੱਚ ਹੀ ਤੂੰ ਸੁੱਖ ਨਾਲ ਵਸੇਗਾ, ਫਿਰ ਤੈਨੂੰ ਜਮਦੂਤ ਪੋਹ ਨਹੀਂ ਸਕਣਗੇ। ਜਮਦੂਤਾਂ ਦਾ ਵਾਰ ਉਹਨਾਂ ਲੋਕਾਂ 'ਤੇ ਹੀ ਹੁੰਦਾ ਹੈ, ਜਿਨ੍ਹਾਂ ਦੀ ਬਿਰਤੀ ਸਾਡੀ ਵਰਗੀ ਸੰਸਾਰੀ ਪਦਾਰਥਾਂ ਵਿੱਚ ਖਚਿਤ ਹੈ। ਜਿਨ੍ਹਾਂ ਨੇ ਇਸ ਸੰਸਾਰ ਨੂੰ ਸੱਚ ਸਮਝਿਆ ਹੈ, ਉਹਨਾਂ ਲਈ ਜਮਦੂਤਾਂ ਦਾ ਡੰਡਾ ਹੈ। ਮਹਾਰਾਜ ਸਾਹਿਬ ਜੀ ਬਾਣੀ ਵਿੱਚ ਬਚਨ ਕਰਦੇ ਨੇ, ਜਿਸ ਨਰ ਕੀ ਦੁਬਿਧਾ ਨਾ ਜਾਏ, ਧਰਮ ਰਾਏ ਤਿਸ ਦੇ ਸਜਾਏ। ਜਿਹੜੇ ਬੰਦੇ ਦੇ ਮਨ ਵਿੱਚੋਂ ਦੁਬਿਧਾ ਨਹੀਂ ਗਈ, ਦੋ ਵਿਧਾ, ਡਬਲ ਮਾਈਂਡ, ਸਹੀ ਕੀ ਹੈ, ਗਲਤ ਕੀ ਹੈ, ਆਪਣਾ ਬਗਾਨਾ, ਹਿੰਦੂ ਮੁਸਲਮਾਨ, ਗੋਰਾ ਕਾਲਾ, ਵੱਡਾ ਛੋਟਾ, ਗਰੀਬ ਅਮੀਰ, ਦਿਨ ਰਾਤ, ਅਨੇਕਾਂ ਪ੍ਰਕਾਰ ਦੇ ਦਵੰਦ ਹਨ। ਇਹਨਾਂ ਦਵੰਦਾਂ ਕਰਕੇ ਧਰਮਰਾਜ ਦਾ ਡੰਡਾ ਸਿਰ 'ਚ ਪੈਣਾ ਹੈ।
ਜਿਸ ਨਰ ਕੀ ਦੁਬਦਾ ਨਾ ਜਾਏ, ਧਰਮ ਰਾਏ ਤਿਸ ਦੇ ਸਜਾਏ। ਸੱਚੇ ਪਾਤਸ਼ਾਹ ਕਹਿੰਦੇ ਜੇ ਤੂੰ ਆਪਣੇ ਘਰ ਵਿੱਚ ਆ ਗਿਆ ਤਾਂ ਫਿਰ ਇਹ ਧਰਮਰਾਜ ਦਾ ਡੰਡਾ ਨਹੀਂ ਪਏਗਾ। ਆਪਣੇ ਘਰ ਤੂੰ ਸੁਖ ਵਸੈ, ਪੋਹੇ ਨਾ ਸਕੈ ਜਮਕਾਲ ਜੀਓ। ਫਿਰ ਜਮਕਾਲ ਮੌਤ ਤੈਨੂੰ ਪੋਹ ਨਹੀਂ ਸਕਣਗੇ। ਕਾਲ ਜਾਲ ਜਮ ਜੋਹੇ ਨ ਸਾਕੈ, ਸਾਚੈ ਸ਼ਬਦ ਲਿਵ ਲਾਏ। ਸੱਚੇ ਸ਼ਬਦ ਨਾਲ ਲਿਵ ਲਾਣੀ। ਵਾਹਿਗੁਰੂ 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 ਸ਼ਬਦ ਦੁਆਰਾ ਆਪਣੇ ਨਿਜ ਘਰ ਵਿੱਚ ਚਲੇ ਜਾਣਾ। ਫਿਰ ਕਾਲ ਜਾਲ ਜਮ ਜੋ ਨਹੀਂ ਸਕਦੇ। ਇਹ ਕਾਲ ਜਾਲ ਜਿੰਨਾ ਵੀ ਜਮਾਂ ਦਾ ਪਸਾਰਾ ਹੈ, ਇਹ ਉਹਨਾਂ ਲੋਕਾਂ ਵਾਸਤੇ ਹੈ ਜਿਹੜੇ ਬਾਹਰ ਮੁਖੀ ਹਨ। ਸਾਡੇ ਵਰਗੇ ਮਾਇਆ ਨੂੰ, ਸੰਸਾਰ ਨੂੰ, ਪਦਾਰਥਾਂ ਨੂੰ, ਇਸ ਦੁਨੀਆ ਨੂੰ, ਰਿਸ਼ਤੇਦਾਰੀਆਂ ਨੂੰ, ਸਾਕਾਂ ਸੰਬੰਧੀਆਂ ਨੂੰ ਸੱਤ ਸਮਝੀ ਬੈਠੇ ਹਨ। ਉਹਨਾਂ ਨੂੰ ਕਾਲ ਜਾਲ ਜੰਮ ਜੋਂਦਾ ਹੈ। ਪਰ ਜਿਹੜੇ ਸੱਚੇ ਸ਼ਬਦ ਵਿੱਚ ਲਿਵ ਲਾਉਂਦੇ ਹਨ, ਵਾਹਿਗੁਰੂ 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 ਵਾਹਿਗੁਰੂ, ਤੂੰ ਹੀ ਹੈ ਤੂੰ ਹੀ ਹੈ ਤੂੰ ਹੀ ਹੈ ਕਰਦੇ ਤੂੰ ਰੂਪ ਹੀ ਹੋ ਜਾਂਦੇ ਹਨ। ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ। ਜਤ ਦੇਖਾਂ ਤਤ ਤੂੰ, ਉਹਨਾਂ ਨੂੰ ਜਮਕਾਲ ਨਹੀਂ ਜੋ ਸਕਦਾ। ਸਦਾ ਸੱਚ ਰਤਾ ਮਨ ਨਿਰਮਲ, ਆਵਣ ਜਾਣ ਰਹਾਏ। ਸਤਿਗੁਰੂ ਜੀ ਬਚਨ ਕਰਦੇ ਹਨ, ਜਿਹੜਾ ਮਨ ਸਦਾ ਹੀ ਸੱਚ ਦੇ ਰੰਗ ਵਿੱਚ ਰੰਗਿਆ ਗਿਆ ਹੈ, ਸੱਚ ਪਰਮਾਤਮਾ ਵਾਹਿਗੁਰੂ ਨਿਰੰਕਾਰ ਨਾਲ ਜਿਸ ਮਨ ਦੀ ਪ੍ਰੀਤੀ ਪੈ ਗਈ ਹੈ, ਉਹ ਮਨ ਨਿਰਮਲ ਹੈ। ਉਹਦੇ ਵਿੱਚੋਂ ਵਿਕਾਰਾਂ ਦੀ ਮੈਲ ਨਿਕਲ ਜਾਂਦੀ ਹੈ। ਉਹਦੇ ਅੰਦਰੋਂ ਪਾਪ ਪੁੰਨ, ਅੱਛਾਈ ਬੁਰਾਈ, ਰਾਗ ਦਵੈਸ਼, ਇਹ ਸਾਰੇ ਨਿਕਲ ਜਾਂਦੇ ਹਨ। ਆਉਣ ਜਾਣਾ ਵੀ ਖਤਮ ਹੋ ਜਾਂਦਾ ਹੈ। ਆਉਣਾ ਜਾਣਾ, ਜੰਮਣ ਮਰਨਾ ਓਨਾ ਚਿਰ ਹੀ ਹੈ ਜਿੰਨਾ ਚਿਰ ਮਨ ਰਾਗ ਦਵੈਸ਼ ਵਿੱਚ ਹੈ। ਕਿਉਂਕਿ ਜਿਤ ਲਾਗੋ ਮਨ ਬਾਸਨਾ, ਅੰਤ ਸਾਈ ਪ੍ਰਗਟਾਨੀ। ਜਿੱਧਰ ਸਾਡੇ ਮਨ ਦੀ ਬਾਸਨਾ ਲੱਗੀ ਹੋਈ ਹੈ, ਅੰਤ ਵੇਲੇ ਉਹੀ ਪ੍ਰਗਟ ਹੋ ਕੇ ਸਾਹਮਣੇ ਖਲੋ ਜਾਂਦੀ ਹੈ ਅਤੇ ਅਗਲਾ ਜਨਮ ਫਿਰ ਉਸੇ ਹਿਸਾਬ ਦਾ ਹੀ ਹੁੰਦਾ ਹੈ। ਅੰਤ ਕਾਲ ਜੇ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਅੰਤ ਵੇਲੇ ਮਕਾਨਾਂ ਦਾ ਚੇਤੇ ਆ ਗਿਆ ਵੀ ਮੈਂ ਐਡੀ ਵੱਡੀ ਕੋਠੀ ਪਾਈ, ਐਡਾ ਵੱਡਾ ਮਕਾਨ ਬਣਾਇਆ, ਛੱਡ ਚੱਲਿਆ ਹਾਂ, ਅਤੇ ਉਸੇ ਫੁਰਨੇ ਵਿੱਚ ਸਵਾਸ ਨਿਕਲ ਗਏ। ਹੁਣ ਬਿਰਤੀ ਦਾ ਮਕਾਨ ਵਿੱਚ ਸੀ, ਪ੍ਰੇਤ ਜੌਨ ਬਲ ਬਲ ਉਤਰੈ। ਪ੍ਰੇਤ ਬਣ ਕੇ ਉਸੇ ਘਰ ਦੀਆਂ ਖਿੜਕੀਆਂ ਖੜਕਾਈ ਜਾਂਦਾ ਹੈ। ਉਸ ਘਰ ਦੇ ਵਿੱਚ ਆਪਣੇ ਪਰਿਵਾਰ ਨੂੰ ਵੀ ਤੰਗ ਕਰਦਾ ਹੈ। ਜੇ ਪਰਿਵਾਰ ਵਾਲੇ ਘਰ ਵੇਚ ਕੇ ਕਿਸੇ ਨੂੰ ਜਾਂਦੇ ਨੇ, ਕੋਈ ਦੂਸਰਾ ਉਸ ਮਕਾਨ 'ਚ ਆਉਂਦਾ ਹੈ, ਫਿਰ ਉਹਨੂੰ ਤੰਗ ਕਰਦਾ ਹੈ। ਕਈ ਵਾਰੀ ਕਈ ਸਦੀਆਂ ਬੀਤ ਜਾਂਦੀਆਂ, ਪ੍ਰੇਤ ਆਤਮਾ ਇੱਕ ਜਗ੍ਹਾ ਤੋਂ ਜਾਂਦੀ ਨਹੀਂ। ਦਿੱਲੀ ਵਿੱਚ ਭੂਤਾਂ ਦੀ ਹਵੇਲੀ ਪ੍ਰਸਿੱਧ ਸੀ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਆਏ, ਔਰੰਗਜ਼ੇਬ ਦੇ ਕਾਜ਼ੀਆਂ ਮੁਲਾਣਿਆਂ ਨੇ ਸਲਾਹ ਦਿੱਤੀ ਵੀ ਗੁਰੂ ਸਾਹਿਬ ਨੂੰ ਪਹਿਲੀ ਰਾਤ ਭੂਤਾਂ ਦੀ ਹਵੇਲੀ 'ਚ ਰੱਖਿਆ ਜਾਵੇ। ਜੇ ਗੁਰੂ ਕੋਲ ਕੋਈ ਕਲਾ ਹੋਈ ਬਚੇਗਾ, ਨਹੀਂ ਤਾਂ ਭੂਤ ਮਾਰ ਦਿੰਦੇ, ਉੱਥੇ ਰਹਿੰਦਾ ਹੀ ਕੋਈ ਨਹੀਂ। ਕਹਿੰਦੇ ਉਸ ਹਵੇਲੀ ਦੀ ਗਲੀ ਵਿੱਚੋਂ ਵੀ ਲੰਘਣਾ ਭੈ ਦਾ ਕਾਰਨ ਮੰਨਿਆ ਜਾਂਦਾ ਸੀ। ਕੋਈ ਪੁਰਾਣੀ ਹਵੇਲੀ ਸੀ, ਸਦੀਆਂ ਪਹਿਲੇ ਦੀ ਬਣੀ ਹੋਈ, ਦਿੱਲੀ ਸ਼ਹਿਰ ਦੇ ਵਿੱਚ। ਗੁਰੂ ਸਾਹਿਬ ਦਾ ਡੇਰਾ ਉਹਦੇ ਵਿੱਚ ਕਰਾ ਦਿੱਤਾ ਗਿਆ। ਅੱਧੀ ਰਾਤ ਨੂੰ ਪ੍ਰੇਤ ਪ੍ਰਗਟ ਹੋ ਕੇ ਸਤਿਗੁਰਾਂ ਦੇ ਸਾਹਮਣੇ ਬੜੀ ਭਿਆਨਕ ਸ਼ਕਲ ਦੇ ਵਿੱਚ ਕਹਿਣ ਲੱਗਾ, ਮਹਾਰਾਜ ਮੇਰੇ 'ਤੇ ਬੜੀ ਕਿਰਪਾ ਕੀਤੀ ਹੈ, ਮੇਰੇ ਘਰ ਚੱਲ ਕੇ ਆਏ ਹੋ, ਮੈਨੂੰ ਕੋਈ ਸੇਵਾ ਬਖਸ਼ੋ, ਮੇਰਾ ਕਲਿਆਣ ਕਰੋ। ਸਤਿਗੁਰੂ ਕਹਿੰਦੇ ਸਾਨੂੰ ਕੋਈ ਸੇਵਾ ਨਹੀਂ ਚਾਹੀਦੀ, ਤੂੰ ਕੌਣ ਹੈ? ਕਹਿਣ ਲੱਗਾ, ਮਹਾਰਾਜ ਮੈਂ ਇਸ ਮਕਾਨ ਦਾ ਮਾਲਕ, ਬੜੀ ਰੀਝ ਨਾਲ ਇੱਕ ਹਵੇਲੀ ਤਿਆਰ ਕੀਤੀ ਸੀ, ਪਰ ਜਦੋਂ ਹਵੇਲੀ ਤਿਆਰ ਹੋਈ ਥੋੜ੍ਹੇ ਦਿਨਾਂ 'ਚ ਹੀ ਮੇਰੀ ਮ੍ਰਿਤੂ ਹੋ ਗਈ। ਜਦੋਂ ਮੌਤ ਸਾਹਮਣੇ ਆਈ, ਮੇਰਾ ਖਿਆਲ ਇਸ ਮਕਾਨ ਵਿੱਚ ਚਲਾ ਗਿਆ ਵੀ ਐਡਾ ਮਹਿੰਗਾ, ਇੰਨਾ ਵਧੀਆ, ਇੰਨਾ ਕੀਮਤੀ ਸੋਹਣਾ ਆਲੀਸ਼ਾਨ ਬੰਗਲਾ ਰਹਿਣਾ ਮੈਨੂੰ ਨਸੀਬ ਨਹੀਂ ਹੋਇਆ, ਮੈਂ ਇਹਨੂੰ ਛੱਡ ਚੱਲਿਆ ਹਾਂ। ਇਸੇ ਫੁਰਨੇ ਵਿੱਚ ਪ੍ਰਾਣ ਨਿਕਲ ਗਏ।
ਜਦੋਂ ਪ੍ਰਾਣ ਨਿਕਲੇ ਮਕਾਨ ਦੇ ਵਿੱਚ ਸੁਰਤੀ ਸੀ, ਇੱਥੇ ਹੀ ਆ ਗਿਆ ਪ੍ਰੇਤ ਬਣ ਕੇ। ਪਹਿਲਾਂ ਤਾਂ ਆਪਣੇ ਪਰਿਵਾਰ ਨੂੰ ਇੱਥੋਂ ਭਜਾਇਆ, ਕਈ ਜੀ ਮਾਰ ਦਿੱਤੇ, ਕਈ ਡਰਾ ਦਿੱਤੇ। ਫਿਰ ਜਿਹੜਾ ਵੀ ਇੱਥੇ ਆਉਂਦਾ ਸੀ ਉਹਨੂੰ ਮੈਂ ਭਜਾ ਦਿੰਦਾ ਸੀ, ਮਾਰ ਦਿੰਦਾ ਸੀ। ਇਸ ਕਰਕੇ ਕਿਉਂਕਿ ਪ੍ਰੇਤਾਂ ਦੀ ਖੁਰਾਕ ਬੜੀ ਮਾੜੀ ਮੰਨਦੇ ਹਨ। ਲਹੂ ਪੀਣਾ, ਮਿੱਝ ਖਾਣੀ, ਗੰਦਗੀ ਖਾਣੀ, ਸ਼ਰਾਬ ਕਬਾਬ, ਇੱਦਾਂ ਦੀ ਪ੍ਰੇਤਾਂ ਦੀ ਖੁਰਾਕ ਮੰਨੀ ਜਾਂਦੀ ਹੈ। ਸੋ ਮੈਂ ਪਾਪ ਕਰਦਾ ਇੱਥੇ ਅਤੇ ਆਪਣੇ ਪਾਪਾਂ ਦੀ ਸਜ਼ਾ ਭੋਗ ਰਿਹਾ। ਅੱਜ ਤੁਸੀਂ ਆਏ ਹੋ, ਮੇਰੇ 'ਤੇ ਕਿਰਪਾ ਕਰੋ। ਅਤੇ ਉਹ ਮਹਾਰਾਜ ਵਾਸਤੇ ਗੰਨਿਆਂ ਦੀ ਪੰਡ ਵੀ ਚੁੱਕ ਲਿਆਇਆ ਅਤੇ ਸਤਿਗੁਰੂ ਗੰਨੇ ਚੂਪੀ ਜਾਂਦੇ ਅਤੇ ਛਿੱਲੜਾਂ ਸਿੱਟਦੇ ਆ ਅਤੇ ਉਹ ਮੂੰਹ 'ਚ ਪਾਉਂਦਾ ਹੈ ਅਤੇ ਉਹਦੀ ਕਾਇਆ ਕਲਪ ਹੁੰਦੀ। ਸੀਤ ਪ੍ਰਸ਼ਾਦ ਛਕ ਕੇ ਪ੍ਰੇਤ ਜੋਨ ਤੋਂ ਉਧਾਰ ਹੋ ਗਿਆ। ਪਰ ਜੋਨ ਮਿਲੀ ਕਿਉਂ ਸੀ? ਵਾਸ਼ਨਾ ਕਰਕੇ। ਕਿਸੇ ਦੀ ਵਾਸ਼ਨਾ ਇਸਤਰੀ ਵਿੱਚ ਹੈ। ਅੰਤਕਾਲ ਜੇ ਇਸਤਰੀ ਸਿਮਰੈ, ਮੇਰੀ ਇਸਤਰੀ ਇਤਨੀ ਸੁੰਦਰ ਹੈ, ਆਗਿਆਕਾਰੀ ਹੈ, ਇਸ ਖਿਆਲ ਵਿੱਚ ਪ੍ਰਾਣ ਨਿਕਲ ਗਏ। ਐਸੀ ਚਿੰਤਾ ਮੈਂ ਜੇ ਮਰੈ, ਐਸੀ ਚਿੰਤਾ 'ਚ ਮਰ ਜਾਵੇ ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਵੇਸ਼ਵਾ ਜੋਨ ਬਲ ਵੱਲ ਉਤਰੈ। ਉਹ ਵੇਸ਼ਵਾ ਦੀ ਜੂਨ 'ਚ ਪੈ ਕੇ ਬਾਰ-ਬਾਰ ਜੰਮਦਾ ਮਰਦਾ ਉਹਨਾਂ ਵਿਸ਼ਿਆਂ ਨੂੰ ਹੀ ਭੋਗੀ ਜਾਂਦਾ ਹੈ। ਇਸੇ ਤਰ੍ਹਾਂ ਅੰਤਕਾਲ ਜੇ ਲੜਕੇ ਸਿਮਰੈ, ਇੰਨੇ ਮੇਰੇ ਲੜਕੇ ਮੈਂ ਛੱਡ ਚੱਲਿਆ ਹਾਂ। ਲੜਕਿਆਂ ਦੀ ਯਾਦ ਆ ਗਈ। ਸੂਕਰ ਜੋਨ ਬਲ ਵੱਲ ਉਤਾਰੈ, ਸੂਰ ਦੀ ਜੂਨੀ 'ਚ ਪਏਗਾ। ਸੂਰੀ ਬਣ ਕੇ ਹਰ ਸੂਏ 14-12 ਬੱਚੇ ਜੰਮਦੀ ਹੈ ਸੂਰੀ। ਬੱਚੇ ਹੀ ਬੱਚੇ ਹੋ ਜਾਂਦੇ। ਅੰਤਕਾਲ ਲక్ష్ਮੀ ਚੇਤੇ ਆ ਗਈ, ਇੰਨਾ ਪੈਸਾ ਫਲਾਣੀ ਥਾਂ 'ਤੇ ਰੱਖਿਆ ਹੋਇਆ, ਉੱਥੇ ਬਿਰਤੀ ਚਲੀ ਗਈ। ਅਤੇ ਜਦੋਂ ਪ੍ਰਾਣ ਨਿਕਲੇ ਤਾਂ ਉਹ ਸੱਪ ਬਣ ਕੇ ਉਹਦੇ ਉੱਤੇ ਆ ਕੇ ਬੈਠ ਜਾਂਦਾ। ਅੰਤਕਾਲ ਜੇ ਲక్ష్ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਬਲ ਵੱਲ ਉਤਰੈ। ਅੰਤਕਾਲ ਨਾਰਾਇਣ ਸਿਮਰੈ, ਜੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਕਰ ਲਵੇ ਤਾਂ ਫਿਰ ਮਹਾਰਾਜ ਕਹਿੰਦੇ ਐਸੀ ਚਿੰਤਾ ਮੈਂ ਜੇ ਮਰੈ। ਇਵੇਂ ਹੀ ਵਾਹਿਗੁਰੂ 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 ਜਪਦਾ ਹੋਇਆ ਸਵਾਸ ਤਿਆਗ ਗਿਆ। ਸੁਰਤੀ ਵਾਹਿਗੁਰੂ ਵਿੱਚ ਸੀ। ਬਦਤ ਤਿਰਲੋਚਨ ਤੇ ਨਰ ਮੁਕਤਾ, ਪੀਤਾੰਬਰ ਵਾਕੇ ਹਿਰਦੇ ਬਸੇ। ਜਿਹੜਾ ਵੀ ਉਸ ਵੇਲੇ ਸੁਰਤੀ 'ਚ ਆਕਾਰ ਹੋਵੇਗਾ ਉੱਧਰ ਇਹ ਸੁਰਤ ਸਾਨੂੰ ਲੈ ਕੇ ਜਾਏਗੀ। ਇਹ ਕੰਮ ਕੋਈ ਸੌਖਾ ਜਿਹਾ ਨਹੀਂ ਹੈ। ਕਥਾ ਕਰਨੀ ਬੜੀ ਸੌਖੀ ਹੈ, ਸੁਣ ਲੈਣੀ ਵੀ ਸੌਖੀ ਹੈ, ਪਰ ਸਾਧ ਸੰਗਤ ਜੀ ਜਦੋਂ ਸਮਾਂ ਆਵੇਗਾ ਉਸ ਵੇਲੇ ਕੀ ਹੋਵੇਗਾ ਇਹ ਸਾਨੂੰ ਕੋਈ ਗਰੰਟੀ ਨਹੀਂ। ਇਸ ਕਰਕੇ ਅਰਦਾਸ ਗੁਰੂ ਦੇ ਚਰਨਾਂ ਵਿੱਚ ਕਿ ਸੱਚੇ ਪਾਤਸ਼ਾਹ ਕੀ ਬਾਰ ਬਖਸ਼ ਬੰਦੇ ਕੋ, ਬੌਰ ਨ ਭੌਜਲ ਫੇਰਾ। ਬਖਸ਼ ਲੈ ਬਖਸ਼ ਲੈ। ਦੂਜੈ ਭਾਏ ਭਰਮ ਵਿਗੁਤੀ, ਮਨਮੁਖ ਮੋਹੀ ਜਮ ਕਾਲ। ਦੂਜੇ ਭਾਅ 'ਚ ਫਸੀ ਹੋਈ ਇਹ ਜੀਵ ਆਤਮਾ ਭਰਮ ਦੇ ਵਿੱਚ ਵਿਗੁਤੀ ਹੈ, ਭਟਕ ਰਹੀ ਹੈ, ਦੁਖੀ ਹੋ ਰਹੀ ਹੈ। ਜਮਕਾਲ ਨੇ ਇਹਨੂੰ ਪਕੜਿਆ ਹੋਇਆ। ਕਹੈ ਨਾਨਕ ਸੁਣ ਮਨ ਮੇਰੇ, ਤੂੰ ਸਦਾ ਸੱਚ ਸੰਭਾਲ। ਮਹਾਰਾਜ ਸਾਹਿਬ ਜੀ ਕਹਿੰਦੇ ਹੈ ਮੇਰੇ ਮਨ, ਤੂੰ ਸਦਾ ਹੀ ਉਸ ਪਰਮ ਸੱਚ ਨੂੰ, ਵਾਹਿਗੁਰੂ ਨੂੰ ਚੇਤੇ ਕਰ। ਮਨ ਮੇਰਿਆ ਅੰਤਰ ਤੇਰਾ ਨਿਧਾਨ ਹੈ, ਬਾਹਰ ਵਸਤ ਨਾ ਭਾਲ। ਮਨ ਮੇਰਿਆ, ਹੈ ਮੇਰੇ ਮਨ, ਤੇਰੇ ਅੰਦਰ ਬੜਾ ਵੱਡਾ ਖਜ਼ਾਨਾ ਹੈ। ਤੂੰ ਬਾਹਰ ਲੱਭ ਰਿਹਾ, ਬਾਹਰ ਕੁਛ ਵੀ ਨਹੀਂ ਮਿਲਣਾ। ਮਹਾਰਾਜ ਕਹਿੰਦੇ ਸਭ ਕੁਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲਾ ਸੋ ਭਰਮ ਭੁਲਾਹੀ। ਜੇ ਕੁਛ ਲੱਭਣਾ ਹੈ ਤੇ ਤੈਨੂੰ ਆਪਣੇ ਅੰਦਰ ਲੱਭਣਾ ਹੈ। ਪਰਮਾਤਮਾ ਵਾਹਿਗੁਰੂ ਨਿਰੰਕਾਰ ਜੋਤ ਸਰੂਪ, ਇਹ ਸਾਰੀ ਕਾਇਨਾਤ ਦਾ ਮੂਲ ਸਰੋਤ ਤੇਰੇ ਅੰਦਰ ਬੈਠਾ ਹੈ। ਪਰ ਉਹ ਲੱਭੇਗਾ ਅੰਦਰੋਂ ਹੀ, ਬਾਹਰੋਂ ਨਹੀਂ ਲੱਭਣਾ। ਮਨ ਮੇਰਿਆ ਅੰਤਰ ਤੇਰਾ ਨਿਧਾਨ ਹੈ। ਹੇ ਮੇਰੇ ਮਨ, ਤੇਰੇ ਅੰਦਰ ਬੜਾ ਵੱਡਾ ਚੇਤਨਾ ਦਾ ਖਜ਼ਾਨਾ ਹੈ। ਵਾਹਿਗੁਰੂ ਪਰਮਾਤਮਾ ਜੋ ਸਤ ਚੇਤਨ ਆਨੰਦ ਸਰੂਪ ਹੈ, ਉਹਦੇ ਰਤਨ ਹੀਰੇ ਜਵਾਹਰਾਤ ਅੰਦਰ ਲੁਕੇ ਪਏ ਹਨ। ਬਾਹਰ ਵਸਤ ਨਾ ਭਾਲ, ਬਾਹਰ ਨਾ ਲੱਭ ਕੁਛ ਵੀ।
ਜੋ ਭਾਵੈ ਸੋ ਪਹੁੰਚ ਤੂੰ, ਗੁਰਮੁਖ ਨਦਰ ਨਿਹਾਲ। ਜੋ ਤੂੰ ਭਾਵੇਂ ਤੈਨੂੰ ਚੰਗਾ ਲੱਗੇ ਉਹੀ ਤੈਨੂੰ ਅੰਦਰੋਂ ਲੱਭੇਗਾ, ਉਹੀ ਤੂੰ ਖਾ ਪੀ। ਜਿਵੇਂ ਕੋਈ ਬੱਚਾ ਘਰ ਦੇ ਵਿੱਚ ਪਏ ਹੋਏ ਖਾਣੇ ਨੂੰ ਨਾ ਜਾਣਦਾ ਹੋਇਆ ਬਾਹਰ ਲੱਭਣ ਜਾਂਦਾ ਹੋਵੇ ਅਤੇ ਉਹਨੂੰ ਬਾਹਰੋਂ ਭੁੱਖ ਕੰਗਾਲੀ ਤੰਗੀ ਹੀ ਪੱਲੇ ਪੈਂਦੀ ਹੋਵੇ ਅਤੇ ਉਹਨੂੰ ਕੋਈ ਸਿਆਣਾ ਕਹੇ ਪੁੱਤਰ ਤੇਰੇ ਘਰ 'ਚ ਇੰਨਾ ਕੁਛ ਪਿਆ, ਤੂੰ ਉੱਥੋਂ ਜੋ ਮਰਜ਼ੀ ਖਾ ਲੈ, ਜੋ ਮਰਜ਼ੀ ਪਹਿਨ ਲੈ, ਜੋ ਮਰਜ਼ੀ ਵਰਤ ਲੈ, ਤੂੰ ਬਾਹਰ ਕਿਉਂ ਭਟਕਦਾ ਹੈ। ਅਤੇ ਅੰਦਰੋਂ ਖਜ਼ਾਨਾ ਲੱਭ ਪਵੇ ਅਤੇ ਉਹਦੇ ਵਿੱਚ ਫਿਰ ਮਹਾਰਾਜ ਕਹਿੰਦੇ ਜੋ ਭਾਵ ਹੈ ਸੋ ਪਹੁੰਚ ਤੂੰ, ਜੋ ਤੈਨੂੰ ਚੰਗਾ ਲੱਗੇ ਤੂੰ ਉਹੀ ਸੁੱਖ ਮਾਣੇਗਾ। ਤੇਰੇ ਅੰਦਰ ਹੈ ਸਾਰੇ ਸੁੱਖ। ਗੁਰਮੁਖ ਨਦਰ ਨਿਹਾਲ, ਤੂੰ ਗੁਰੂ ਦੀ ਮੱਤ ਲੈ ਕੇ ਗੁਰਮੁਖ ਬਣ ਕੇ ਨਦਰ ਨਿਹਾਲ ਭਾਵ ਗੂੜੀ ਗਹਿਰੀ ਨਿਗਾਹ ਨਾਲ ਬੜੇ ਧਿਆਨ ਨਾਲ ਵੇਖ। ਨਿਹਾਲ ਮੈਨੇ ਵੇਖਣਾ, ਆਪਣੀ ਆਤਮਿਕ ਦ੍ਰਿਸ਼ਟੀ ਨਾਲ ਜਦੋਂ ਦੇਖੇਗਾ, ਗੁਰੂ ਦੀ ਬਖਸ਼ੀ ਹੋਈ ਨਜ਼ਰ ਨਾਲ ਦੇਖੇਗਾ। ਗੁਰਮੁਖ ਨਦਰ ਨਿਹਾਲ ਮਨ ਮੇਰੇ, ਅੰਤਰ ਹਰ ਨਾਮ ਸਖਾਈ। ਹੇ ਮੇਰੇ ਮਨ, ਅੰਦਰ ਤੇਰੇ ਨਾਮ ਨੇ ਸਹਾਇਤਾ ਕਰਨੀ ਹੈ। ਅੰਦਰ ਜਾਣ ਵਾਸਤੇ ਅੰਦਰ ਹੋਰ ਕੋਈ ਤੁਹਾਡਾ ਮਿੱਤਰ ਨਹੀਂ ਜਾ ਸਕਦਾ। ਜਿਵੇਂ ਅਸੀਂ ਕਿਤੇ ਅਜਨਬੀ ਥਾਂ 'ਤੇ ਜਾਣਾ ਹੋਵੇ, ਇਕੱਲੇ ਜਾਣ ਨਾਲੋਂ ਆਪਣੇ ਕਿਸੇ ਫਰੈਂਡ ਨੂੰ, ਕਿਸੇ ਦੋਸਤ ਨੂੰ ਕਹਾਂਗੇ ਵੀ ਜੇ ਤੇਰੇ ਕੋਲ ਟਾਈਮ ਹੈ ਤਾਂ ਮੇਰੇ ਨਾਲ ਜ਼ਰਾ ਚੱਲ, ਆਪਾਂ ਆ ਜਾਵਾਂਗੇ 2-4 ਦਿਨਾਂ ਨੂੰ ਜਾਂ ਘੰਟੇ 2 ਘੰਟੇ ਨੂੰ। ਜੇ ਕਿਸੇ ਸੱਜਣ ਮਿੱਤਰ ਨੂੰ ਜ਼ਿਆਦਾ ਪਿਆਰ ਹੋਵੇ ਉਹ ਨਾਲ ਤੁਰ ਪੈਂਦਾ, ਬਹੁਤਾ ਜ਼ਿਆਦਾ ਪ੍ਰੇਮ ਹੋਵੇ ਤਾਂ ਹੀ। ਅੱਜ ਕੱਲ੍ਹ ਵੈਸੇ ਪ੍ਰੇਮ ਰਿਹਾ ਨਹੀਂ, ਕਿਸੇ ਕੋਲ ਟਾਈਮ ਹੀ ਕੋਈ ਨਹੀਂ। ਅੱਜ ਕੱਲ੍ਹ ਜਿਉਂ-ਜਿਉਂ ਅੱਗੇ ਸਮਾਂ ਆ ਰਿਹਾ ਫਰੈਂਡਸ਼ਿਪ ਖਤਮ ਹੁੰਦੀ ਜਾਣੀ ਹੈ। ਮਿੱਤਰਾਚਾਰੀ ਦੋਸਤੀ ਕਿਵੇਂ? ਕਿਉਂਕਿ ਹਰ ਇੱਕ ਬੰਦਾ ਆਪਣਾ ਸਵਾਰਥ ਲੈ ਕੇ ਬੈਠਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉੱਥੇ ਤੇਰਾ, ਖਾਸ ਕਰਕੇ ਜਿੱਥੇ ਪਰਮਾਤਮਾ ਦਾ ਘਰ ਹੈ ਜਾਂ ਅੰਦਰਲਾ ਦਰਵਾਜ਼ਾ ਖੁੱਲ੍ਹਣਾ ਹੈ, ਉੱਥੇ ਕੋਈ ਵੀ ਸੱਜਣ ਮਿੱਤਰ ਦੋਸਤ ਭੈਣ ਭਰਾ ਨਹੀਂ ਨਾਲ ਜਾ ਸਕਦਾ। ਜਿੱਡਾ ਮਰਜ਼ੀ ਤੇਰਾ ਪੱਕਾ ਫਰੈਂਡ ਹੋਵੇ, ਤੇਰੇ ਮਨ ਦੇ ਅੰਦਰ ਨਹੀਂ ਜਾ ਸਕਦਾ ਤੇਰੇ ਨਾਲ। ਉਹ ਯਾਤਰਾ ਦੇ ਵਿੱਚ ਤੇਰੇ ਨਾਲ ਸਿਰਫ ਨਾਮ ਜਾ ਸਕਦਾ ਹੈ। ਅੰਤਰ ਹਰ ਨਾਮ ਸਖਾਈ, ਅੰਦਰ ਨਾਮ ਹੀ ਮਿੱਤਰ ਹੈ। ਜਦੋਂ ਅੰਦਰ ਵੜਨਾ ਹੈ, ਅੰਦਰ ਹਨੇਰਾ ਬਹੁਤ ਹੈ। ਜਿਵੇਂ ਕਿਸੇ ਹਨੇਰੀ ਗੁਫਾ 'ਚ ਵੜਨਾ ਹੋਵੇ ਅਤੇ ਡਰਦਾ ਬੰਦਾ ਕਹਿੰਦਾ ਮੇਰੇ ਨਾਲ ਚੱਲ ਜਰਾ, ਉੱਥੇ ਦੀਵਾ ਲੈ ਕੇ ਜਾਂਦਾ, ਲਾਲਟੈਨ, ਟਾਰਚ, ਕੋਈ ਮੋਬਾਇਲ ਦੀ ਬੱਤੀ ਜਗਾ ਲਏਗਾ ਵੀ ਚਲੋ ਕੁਛ ਨਾ ਕੁਛ ਦਿਸੇ ਤਾਂ ਹੀ, ਅੰਦਰ ਪਤਾ ਨਹੀਂ ਕਿੱਧਰ ਕੀ ਹੈ। ਇੱਦਾਂ ਮਨ ਦੇ ਹਨੇਰੇ ਵਾਲੇ ਕੋਠੜੇ 'ਚ ਵੜਨਾ ਹੈ ਅਤੇ ਨਾਮ ਦਾ ਦੀਵਾ ਬਾਲ ਕੇ ਵੜਨਾ ਹੈ। ਜਦੋਂ ਨਾਮ ਨਾਲ ਹੋਵੇਗਾ ਫਿਰ ਮਹਾਰਾਜ ਕਹਿੰਦੇ ਬੜਾ ਆਨੰਦ ਹੋਵੇਗਾ। ਮਨਮੁਖ ਅੰਧਲੇ ਗਿਆਨ ਵਿਹੂਣੇ, ਦੂਜੈ ਭਾਏ ਖੁਆਈ। ਜਿਹੜੇ ਮਨ ਦੇ ਮਗਰ ਲੱਗੇ ਹੋਏ ਨੇ ਅੰਨੇ ਹਨ, ਗਿਆਨ ਤੋਂ ਵਿਹੂਣੇ ਹਨ, ਗਿਆਨ ਤੋਂ ਸੱਖਣੇ ਹਨ। ਦੂਜੈ ਭਾਏ ਖੁਆਈ, ਉਹ ਦੂਜੇ ਪਾਸੇ ਟੱਕਰਾਂ ਮਾਰੀ ਜਾਂਦੇ, ਖੁੰਝ ਜਾਣਗੇ, ਸਹੀ ਰਸਤੇ 'ਤੇ ਨਹੀਂ ਜਾ ਸਕਣਗੇ। ਬਿਨ ਨਾਵੈ ਕੋ ਛੂਟੈ ਨਾਹੀ, ਸਭ ਬਾਧੀ ਜਮਕਾਲ। ਬਿਨਾਂ ਨਾਮ ਤੋਂ ਇੱਥੇ ਕੋਈ ਵੀ ਨਹੀਂ ਛੁੱਟੇਗਾ। ਨਾਮ ਤੋਂ ਬਿਨਾਂ ਕੋਈ ਵੀ ਨਹੀਂ ਛੁੱਟਿਆ, ਕੋਈ ਵੀ। ਸਾਰੇ ਜਮਾਨੇ ਬੰਨੇ ਹੋਏ ਹਨ। ਨਾਨਕ ਅੰਤਰ ਤੇਰਾ ਨਿਧਾਨ ਹੈ, ਤੂੰ ਬਾਹਰ ਵਸਤ ਨਾ ਭਾਲ। ਮਹਾਰਾਜ ਕਹਿੰਦੇ ਹੈ ਭਾਈ ਤੇਰੇ ਅੰਦਰ ਖਜ਼ਾਨਾ ਹੈ, ਤੂੰ ਬਾਹਰ ਨਾ ਭਾਲ। ਬਾਹਰ ਢੂੰਡਣ 'ਤੇ ਛੂਟ ਪਰੇ, ਗੁਰ ਘਰ ਹੀ ਮਾਏ ਦਿਖਾਇਆ ਥਾ। ਸੋ ਗੁਰੂ ਸਾਹਿਬ ਕਿਰਪਾ ਕਰਨ, ਇਹ ਖਜ਼ਾਨਾ ਗੁਰੂ ਦੀ ਕਿਰਪਾ ਤੋਂ ਬਿਨਾਂ ਕਿਸੇ ਨੂੰ ਵੀ ਪ੍ਰਾਪਤ ਨਹੀਂ ਹੋਇਆ ਅਤੇ ਨਾ ਹੋਣਾ। ਮਹਾਰਾਜ ਅੱਗੇ ਅਰਦਾਸ ਹੈ ਵੀ ਸਾਨੂੰ ਇਸ ਜਨਮ ਦੇ ਵਿੱਚ ਆਪਣੇ ਚਰਨਾਂ ਨਾਲ ਜੋੜ ਲੈਣ। ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ,
ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ, ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਕਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੇ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਘਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ ਸੇ, ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਅਨੰਦ ਸੁਣੋ ਬੜ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਪਵਨ ਗੁਰੂ ਪਾਣੀ ਪਿਤਾ ਮਾਤਾ, ਧਰਤ ਮਹਤ। ਦਿਵਸ ਰਾਤ ਦੁਇ ਦਾਈ ਦਾਇਆ, ਖੇਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ,